परम सन्मानियो गुरुरू गुरु खालसा साध संगत जी। वाहिगुरु जी का खालसा वाहिगुरु जी की फतेह। बाबा श्री चंद जी ਜਦੋਂ 20 ਸਾਲਾਂ ਦੇ ਹੋ ਚੁੱਕੇ ਸਨ, ਉਦੋਂ ਚੰਗੇ ਗੱਭਰੂ ਦਿਸਦੇ ਸਨ। ਇਹਨਾਂ ਦਾ ਸਰੀਰ ਭਰਿਆ ਤੇ ਕੱਦ ਬਹੁਤ ਦਰਮਿਆਨਾ ਸੀ। ਆਪਣੇ ਪਿਤਾ ਜੀ ਵਾਂਗੂ ਸਦਾ ਹਸਮੁਖ ਤੇ ਆਜ਼ਾਦੀ ਦਾ ਤੁਰਨਾ ਫਿਰਨਾ ਪਸੰਦ ਕਰਦੇ ਸਨ। ਆਪਣਾ ਨਵਾਂ ਜੀਵਨ ਜੀਣ ਦੀ ਜੋ ਪਿਤਾ ਜੀ ਪਾਸੋਂ ਜਾਚ ਸਿੱਖ ਆਏ ਸਨ, ਹੁਣ ਉਸ 'ਤੇ ਵਧੇਰੇ ਅਮਲ ਕਰਨਾ ਆਰੰਭ ਕਰ ਦਿੱਤਾ ਸੀ। ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਨ, ਫਿਰ ਸਮਾਧੀ ਲਾ ਕੇ ਬੈਠਦੇ ਸਨ। ਦਿਨ ਚੜ੍ਹੇ ਧਰਮਸ਼ਾਲਾ ਚਲੇ ਜਾਂਦੇ। ਅੱਗੇ ਲੋਕੀ ਉਡੀਕਦੇ ਹੁੰਦੇ ਤੇ ਇਹਨਾਂ ਦੇ ਵਿਚਾਰ ਸੁਣਦੇ। ਸਤਸੰਗ ਹੁੰਦਿਆਂ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਦੁੱਧ ਦਹੀਂ ਅਤੇ ਅੰਨ ਗੁੜ ਤੇ ਗਾੜੇ ਕੱਪੜੇ ਦੇ ਚੜਾਵੇ ਚੜਾਉਂਦੇ ਸਨ, ਪਰ ਆਪ ਕੋਈ ਚੀਜ਼ ਘਰ ਨਾ ਲਿਜਾਂਦੇ ਅਤੇ ਉੱਥੇ ਹੀ ਕਈ ਦਿਨਾਂ ਦੀ ਜਿਨਸ ਦਾ ਭੰਡਾਰਾ ਕਰ ਦਿੰਦੇ ਸਨ। ਜੋ ਨੰਗਾ ਅਤੇ ਗਰੀਬ ਦੇਖਦੇ ਉਸ ਨੂੰ ਖੱਦਰ ਵੀ ਵੰਡ ਦਿਆ ਕਰਦੇ। ਇਸੇ ਤਰ੍ਹਾਂ ਇਹਨਾਂ ਦੀ ਉਦਾਰਤਾ ਨੂੰ ਦੇਖ ਦੇਖ ਕੇ ਲੋਕੀ ਬਹੁਤ ਹੀ ਸ਼ਰਧਾਲੂ ਹੋਣ ਲੱਗ ਪਏ ਸਨ। ਧਰਮਸਾਲ ਵਿੱਚ ਦਿਨ ਬ ਦਿਨ ਬਾਬਾ ਜੀ ਦਾ ਸਤਸੰਗ ਵਧਣ ਲੱਗਾ। ਕਈ ਸਿਆਣੇ ਇਉਂ ਵੀ ਆਖਦੇ ਸਨ ਕਿ ਸਪੁੱਤਰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੀ ਹਨ, ਜਿਨ੍ਹਾਂ ਨੇ ਨਿੱਕੀ ਉਮਰੇ ਹੀ ਪੰਡਤਾਂ ਤੇ ਨਿਮਾਜੀ ਮੌਲਵੀਆਂ ਨੂੰ ਵੀ ਗਿਆਨ ਕਰਾਇਆ ਸੀ। ਸੋ ਇਸ ਲਈ ਇਹਨਾਂ ਨੇ ਵੀ ਇਹੋ ਕੰਮ ਕਰਨਾ ਹੈ। ਹੋਰ ਨਾਨੇ ਦਾਦੇ ਵਾਂਗੂ ਲੋਕਾਂ ਦੀਆਂ ਪੈਲੀਆਂ ਤਾਂ ਨਹੀਂ ਮਾਪਣੀਆਂ ਕਿ ਕਿੰਨੀ ਕਿਸੇ ਦੀ ਵੱਧ ਗਈ ਜਾਂ ਨਾਲ ਲੱਗਦੇ ਦੀ ਘਟ ਗਈ ਹੈ। ਇਹਨਾਂ ਨੇ ਤਾਂ ਆਪਣੇ ਪਿਤਾ ਜੀ ਵਾਂਗੂ ਲੋਕਾਂ ਦੇ ਦਿਲ ਮਾਪਣੇ ਹਨ ਤੇ ਇਹ ਦੱਸਣਾ ਹੈ ਕਿ ਮਨੁੱਖ ਜਨਮ ਪਾ ਕੇ ਪਰਮੇਸ਼ਰ ਦੇ ਨੇੜੇ ਕਿਸ ਤਰ੍ਹਾਂ ਹੋ ਸਕੀਦਾ ਹੈ ਅਤੇ ਦੂਰ ਕਿਵੇਂ ਸੁੱਟੀਦਾ ਹੈ। ਇਹ ਚਰਚਾ ਪਖੌਕੇ ਵਿੱਚ ਅਤੇ ਦੂਰ ਨੇੜੇ ਚੱਲੀ ਰਹਿੰਦੀ ਸੀ। ਇੱਕ ਦਿਨ ਧਰਮਸਾਲ ਵਿੱਚ ਸੰਗਤ ਜੁੜੀ ਬੈਠੀ ਸੀ। ਬਾਬਾ ਸ਼੍ਰੀ ਚੰਦ ਜੀ ਦਾ ਮਨੋਹਰ ਉਪਦੇਸ਼ ਹੋ ਰਿਹਾ ਸੀ ਤਾਂ ਬਿਸ਼ਨ ਦਾਸ ਪੰਡਤ, ਜੋ ਅੱਗੇ ਬਾਬਾ ਜੀ ਨੂੰ ਜੰਗਲ ਵਿੱਚ ਮਿਲਿਆ ਸੀ, ਅੱਜ ਫੇਰ ਆ ਕੇ ਸੁਣਨ ਲੱਗਾ। ਸ਼੍ਰੀ ਬਾਬਾ ਜੀ ਦੇ ਅੱਗੇ ਬਹੁਤ ਕੁਝ ਚੜ੍ਹਤ ਚੜਾਵਾ ਦੇਖ ਕੇ ਇਸ ਦਾ ਮਨ ਕੁਝ ਸੰਸ਼ੇ ਨਾਲ ਭਰਿਆ ਗਿਆ। ਇਸਨੇ ਖਿਆਲ ਕੀਤਾ ਕਿ ਮੈਂ ਵੇਦ ਪਾਠੀ, ਖੱਟ ਸ਼ਾਸਤਰੀ ਅਤੇ ਪੁਰਾਣਾ ਦਾ ਗਿਆਤਾ ਪੰਡਤ ਹਾਂ। ਇਤਨੀ ਪੂਜਾ ਤੇ ਇਤਨਾ ਮਾਨ ਸਤਕਾਰ ਮੇਰਾ ਕਦੇ ਨਹੀਂ ਹੋਇਆ ਜਿਤਨਾ ਇਸ ਨਵੀਂ ਉਮਰ ਦੇ ਬਾਬੇ ਦਾ ਹੈ। ਕੀ ਕਾਰਨ ਹੈ? ਬਾਬਾ ਸ਼੍ਰੀ ਚੰਦ ਜੀ ਨੇ ਇਸ ਦੀ ਕਲਪਨਾ ਨੂੰ ਜਾਣ ਲਿਆ ਤੇ ਇਉਂ ਫਰਮਾਇਆ, ਪੰਡਤ ਜੀ, ਆਪ ਜੀ ਨੇ ਵਿਦਿਆ ਦੀ ਸਾਰ ਵਸਤੂ ਜਪ ਤਪ ਨਾਲ ਪਿਆਰ ਨਹੀਂ ਕੀਤਾ। ਭਗਤੀ ਕਰਕੇ ਪ੍ਰਭਾਵ ਅਤੇ ਤਪ ਕਰਕੇ ਤੇਜ ਵਾਧਾ ਹੈ। ਚਾਹੇ ਕੋਈ ਸੁਕਾਮ ਹੋ ਕੇ ਵੀ ਭਗਤੀ ਜਾਂ ਤਪ ਕਰੇ ਤਦ ਵੀ ਸੁਭਾਵਕ ਹੀ ਫਲ ਰੂਪ ਵਿੱਚ ਤੇਜ ਵੱਧ ਜਾਂਦਾ ਹੈ। ਇਹ ਕੁਦਰਤੀ ਗੱਲ ਹੈ। ਬਾਬਾ ਜੀ ਨੇ ਕਿਹਾ, ਵਿਦਿਆ ਉੱਤਮ ਚੀਜ਼ ਹੈ, ਜਿਤਨੀ ਪੜ੍ਹੀ ਜਾਏ ਥੋੜ੍ਹੀ ਹੈ। ਵਿਦਿਆ ਰਾਹੀਂ ਹੀ ਮਨੁੱਖ ਆਪਣੇ ਆਪ ਨੂੰ ਅਤੇ ਆਪਣੇ ਭਲੇ ਬੁਰੇ ਨੂੰ ਸਮਝ ਸਕਦਾ ਹੈ। ਪਰ ਬਹੁਤੀ ਵਿਦਿਆ ਨਾਲ ਅਭਿਮਾਨ ਜ਼ਰੂਰ ਵੱਧ ਜਾਂਦਾ ਹੈ, ਜੋ ਗਿਆਨ ਪ੍ਰਾਪਤੀ ਵਿੱਚ ਪ੍ਰਤੀਬੰਧਕ ਹੈ। ਇਹ ਤੁਸੀਂ ਆਪਣੇ ਆਪ ਵਿੱਚ ਝਾਤੀ ਮਾਰ ਕੇ ਦੇਖ ਸਕਦੇ ਹੋ। ਨਿਰਅਭਿਮਾਨੀ ਨੂੰ ਗਿਆਨ ਅਤੇ ਗਿਆਨ ਕਰਕੇ ਹੀ ਮੁਕਤੀ ਮਿਲ ਸਕਦੀ ਹੈ। ਇਸ ਦੀ ਪੁਸ਼ਟੀ ਵਿੱਚ ਬਾਬਾ ਜੀ ਨੇ ਇਹ ਵੀ ਆਖਿਆ ਕਿ ਜਿਵੇਂ ਨਿਰਮਲ ਤੇ ਕੋਮਲ ਪਾਣੀ ਨਿਵਾਨ ਨੂੰ ਜਾਂਦਾ ਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਹੈ, ਉਹ ਸਾਰਿਆਂ ਦੀ ਜਿੰਦ ਜਾਨ ਹੈ, ਤਿਵੇਂ ਨਿਰਅਭਿਮਾਨ ਵਿਦਵਾਨ ਸਾਰਿਆਂ ਨੂੰ ਮਿੱਠਾ ਪਿਆਰਾ ਲੱਗਦਾ ਹੈ ਅਤੇ ਸ਼ੁੱਧ ਸਰੂਪ ਵੱਲ ਵਧਿਆ ਜਾਂਦਾ ਹੈ। ਉਹ ਆਪਣੇ ਸਰੀਰ ਦਾ ਜਾਂ ਕਿਸੇ ਵੀ ਦੂਜੇ ਅਭਿਮਾਨ ਵਿੱਚ ਫਸ ਕੇ ਅਟਕ ਨਹੀਂ ਜਾਂਦਾ। ਫਿਰ ਜਿਵੇਂ ਕੋਹਲੂ ਅੰਦਰ ਤੇਲ ਦਾ ਬੀਜ ਪੀੜਨ ਪਿੱਛੋਂ ਹੀ ਲੋਕਾਂ ਦੇ ਕੇਸਾਂ ਨੂੰ ਚਮਕਾਉਂਦਾ ਹੈ ਅਤੇ ਆਪਣੇ ਨੂੰ ਜਲਾ ਕੇ ਅੰਧੇਰੀ ਕੋਠੀਆਂ ਵਿੱਚ ਪ੍ਰਕਾਸ਼ ਕਰਦਾ ਹੈ, ਤਿਵੇਂ ਹੀ ਨਿਰਅਭਿਮਾਨ ਅਤੇ ਮਿੱਠ ਬੋਲਾ ਵਿਦਵਾਨ ਹੀ ਲੋਕਾਂ ਦੇ ਭਰਮ ਅੰਧੇਰੇ ਦੂਰ ਕਰਦਾ
ਤੇ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਲੋਕੀ ਉਸ ਉੱਤੋਂ ਤਨ ਮਨ ਧਨ ਵਾਰਨ ਵਿੱਚ ਫਰਕ ਨਹੀਂ ਕਰਦੇ। ਇਸ ਵਿਚਾਰ ਦੀ ਗੱਲ ਨੇ ਪੰਡਤ ਬਿਸ਼ਨ ਦਾਸ ਨੂੰ ਨਿਹਾਲ ਕਰ ਦਿੱਤਾ ਤੇ ਫਿਰ ਸ਼ਰਧਾ ਨਾਲ ਹੀ ਦੇਖਦਾ ਰਿਹਾ। ਬਾਬਾ ਜੀ ਦੀ ਉਕਤ ਵਿਚਾਰ ਨੂੰ ਇੱਕ ਫਕੀਰ ਸਾਈਂ ਵੀ ਸੁਣ ਰਿਹਾ ਸੀ। ਇਸ ਦਾ ਜੀ ਕਰ ਆਇਆ ਕਿ ਮੈਂ ਵੀ ਕੋਈ ਪੁੱਛ ਕਰਾਂ। ਇਸ ਨੇ ਬੇਨਤੀ ਕੀਤੀ, ਮਹਾਰਾਜ ਜੀ ਦੱਸੋ, ਮੈਂ ਫਕੀਰ ਨੂੰ ਸਦਾ ਸੁੱਖ ਕਿਵੇਂ ਮਿਲੇ? ਬਾਬਾ ਜੀ ਨੇ ਕਿਹਾ, ਕੁਟੰਬ ਦਾ ਤਿਆਗ ਕਰਕੇ ਵਿਰਕਤੀ ਦਾ ਜੀਵਨ ਬਿਤਾਓ। ਫਕੀਰ ਹੱਸ ਪਿਆ ਤੇ ਆਖਣ ਲੱਗਾ, ਉਹ ਤਾਂ ਅੱਗੇ ਹੀ ਤਿਆਗ ਕੇ ਆਜ਼ਾਦੀ ਦਾ ਜੀਵਨ ਬਿਤਾ ਰਿਹਾ ਹਾਂ, ਪਰ ਮਨ ਅਜੇ ਮੰਨਿਆ ਨਹੀਂ ਹੈ ਕਿ ਸੁਖੀ ਹਾਂ। ਬਾਬਾ ਜੀ ਨੇ ਕਿਹਾ, ਤੁਸੀਂ ਸਰੀਰ ਦਾ ਕੁਟੰਬ ਛੱਡਿਆ ਹੈ, ਮਨ ਦੇ ਸੰਬੰਧੀ ਨਹੀਂ ਛੱਡੇ ਜੋ ਇਸ ਤਰ੍ਹਾਂ ਦੇ ਹਨ। ਧਨ ਦੌਲਤ ਅਤੇ ਧਨ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਚੀਜ਼ਾਂ, ਵਸਤਾਂ ਦੇ ਰੂਪ ਅਤੇ ਖੁਆਇਸ਼ਾਂ ਹੀ ਮਨ ਦਾ ਪਰਿਵਾਰ ਹੈ। ਮਮਤਾ ਮਾਤਾ ਹੈ, ਲੋਭ ਪਿਤਾ ਹੈ, ਆਪਣੇ ਸਰੀਰ ਪਾਲਣ ਪੋਸ਼ਣ ਦੀ ਖੁਆਇਸ਼ ਇਸਤਰੀ ਹੈ, ਮੂੰਹ ਕੰਨ ਨੱਕ ਅੱਖਾਂ ਇੰਦਰੀ ਆਦਿਕ ਦੇ ਭੋਗਾਂ ਲਈ ਉਦਮ ਉਪਰਾਲਾ ਇਹ ਮਨ ਦਾ ਸਕਾ ਭਾਈ ਹੈ। ਬੁਰੀ ਖੁਆਇਸ਼ ਬਣੀ ਰਹੇ ਇਹ ਲੜਕੀ ਹੈ। ਬੁਰੇ ਕੰਮ ਦੀਆਂ ਸੋਚਾਂ ਵਿਚਾਰਾਂ ਇਹ ਮਨ ਦੇ ਪੁੱਤਰ ਹਨ। ਬਾਬਾ ਜੀ ਨੇ ਪੁੱਛਿਆ ਕਿ ਇਹ ਮਨ ਦੇ ਸਾਰੇ ਪਰਿਵਾਰ ਦਾ ਤਿਆਗ ਕੀਤੇ ਬਿਨਾਂ ਸਦੀਵੀ ਸੁੱਖ ਨਹੀਂ ਹੋ ਸਕਦਾ ਅਤੇ ਨਾ ਹੀ ਸਰੀਰ ਦੇ ਪਰਿਵਾਰ ਦੇ ਤਿਆਗ ਨਾਲ ਸੁੱਖ ਹੈ। ਜੇਕਰ ਗ੍ਰਸਤੀ ਹੋਵੇ, ਸਾਰੇ ਪਰਿਵਾਰ ਦੇ ਵਿੱਚ ਰਹੇ, ਤਦ ਵੀ ਮਨ ਦੇ ਪਰਿਵਾਰ ਨੂੰ ਥੋੜ੍ਹਾ ਕਰਨ ਵਿੱਚ ਸੁੱਖ ਹੈ। ਪਰ ਫਕੀਰ ਨੂੰ ਤਾਂ ਮਨ ਦਾ ਪਰਿਵਾਰ ਛੱਡੇ ਬਿਨਾਂ ਕਦੇ ਸੁੱਖ ਨਹੀਂ ਹੋ ਸਕਦਾ। ਇਹ ਵਿਚਾਰ ਸੁਣ ਕੇ ਫਕੀਰ ਬਹੁਤ ਖੁਸ਼ ਹੋਇਆ ਤੇ ਫਿਰ ਕਈ ਵਾਰੀ ਆ ਕੇ ਸੰਗਤ ਕਰਦਾ ਰਿਹਾ। ਇੱਕ ਦਿਨ ਸ਼੍ਰੀ ਬਾਬਾ ਜੀ ਦੇ ਪਾਸ ਧਰਮਸ਼ਾਲੇ ਬੈਠਿਆਂ ਸਤਨਾਮ ਵਾਹਿਗੁਰੂ ਦੇ ਮੰਤਰ ਦੀ ਮੁਹਾਰਨੀ ਰਟਾ ਰਹੇ ਸਨ। ਇੱਕ ਨੇ ਬੇਨਤੀ ਕੀਤੀ, ਬਾਬਾ ਜੀ ਅੱਜ ਵੀ ਕੋਈ ਉੱਤਮ ਵਿਚਾਰ ਭਰੀ ਸਾਖੀ ਸੁਣਾਓ। ਤਦ ਬਾਬਾ ਜੀ ਨੇ ਇਹ ਕਥਾ ਸੁਣਾਈ ਕਿ ਇੱਕ ਵਾਰੀ ਨਾਰਦ ਮੁਨੀ ਤੇ ਅੰਗਰਾ ਰਿਸ਼ੀ ਦੋਵੇਂ ਹੀ ਤੁਰਦੇ ਫਿਰਦੇ ਮੁਲਤਾਨ ਸ਼ਹਿਰ ਵਿੱਚ ਆਣ ਨਿਕਲੇ। ਇੱਥੇ ਇੱਕ ਬਾਣੀਏ ਦੀ ਹੱਟੀ ਦੇ ਸਾਹਮਣੇ ਬੈਠ ਗਏ। ਨਾਲ ਲੱਗਦੀ ਇੱਕ ਕਸਾਈ ਦੀ ਦੁਕਾਨ ਸੀ। ਉਹ ਅੱਜ ਦਿਨ ਦੇ ਕੱਟਣ ਲਈ ਮੰਡੀ ਵਿੱਚੋਂ ਇੱਕ ਬੱਕਰਾ ਖਰੀਦ ਕੇ ਲਿਆਇਆ। ਬੱਕਰਾ ਜ਼ੋਰਦਾਰ ਸੀ। ਛੁੱਟ ਕੇ ਬਾਣੀਏ ਦੀ ਹੱਟੀ ਅੰਦਰ ਵੜ ਗਿਆ ਤੇ ਅਨਾਜ ਦੇ ਢੇਰ ਵਿੱਚੋਂ ਮੂੰਹ ਪਾ ਕੇ ਖਾਣ ਲੱਗਾ। ਬੱਕਰੇ ਨੇ ਮਸਾਂ ਇੱਕ ਦੋ ਹੀ ਝੱਸ ਮਾਰੇ ਹੋਣਗੇ ਕਿ ਬਾਣੀਏ ਨੇ ਛੇਤੀ ਨਾਲ ਉਸ ਦਾ ਮੂੰਹ ਟੱਡ ਕੇ ਅਨਾਜ ਦਾ ਫੱਕਾ ਮੂੰਹ ਵਿੱਚੋਂ ਕੱਢ ਲਿਆ ਤੇ ਗਰਦਨ ਮਰੋੜ ਕੇ ਬੱਕਰਾ ਕਸਾਈ ਨੂੰ ਫੜਾ ਦਿੱਤਾ। ਉਸਨੇ ਛੁਰੀ ਨਾਲ ਗਲਾ ਵੱਢ ਕੇ ਮਾਰ ਮੁਕਾਇਆ ਤੇ ਵੇਚਣ ਲਈ ਟੰਗ ਦਿੱਤਾ। ਇਸ ਕੌਤਕ ਨੂੰ ਵੇਖ ਕੇ ਨਾਰਦ ਜੀ ਨੇ ਠੰਡਾ ਸਾਹ ਲੈ ਕੇ ਹੌਂਕਾ ਭਰਿਆ। ਦੂਜੇ ਅੰਗਰਾ ਰਿਸ਼ੀ ਨੇ ਹੈਰਾਨ ਹੋ ਕੇ ਆਖਿਆ, ਸਵਾਮੀ ਨਾਰਦ ਜੀ, ਆਪ ਤਾਂ ਹਰ ਸੋਗ ਤੋਂ ਰਹਿਤ ਹੋ। ਇਸ ਤਰ੍ਹਾਂ ਨਾਲ ਕਈ ਜੰਮਦੇ ਮਰਦੇ ਤੁਸੀਂ ਨਿਤ ਵੇਖਦੇ ਰਹਿੰਦੇ ਹੋ। ਸੰਸਾਰ ਦਾ ਪ੍ਰਵਾਹ ਜੋ ਐਸਾ ਚੱਲਿਆ ਪਿਆ ਹੈ, ਫਿਰ ਆਪ ਨੇ ਹੌਂਕਾ ਕਿਉਂ ਭਰਿਆ? ਨਾਰਦ ਜੀ ਨੇ ਦੱਸਿਆ, ਇਹ ਬਾਣੀਆ ਪੁੱਤਰ ਹੈ ਅਤੇ ਬੱਕਰਾ ਕੁਝ ਸਾਲ ਪਹਿਲਾਂ ਇਹਦਾ ਪਿਤਾ ਸੀ। ਕਰਮਵਸ ਬੱਕਰੇ ਦੀ ਜੁਨੀ ਪਿਆ ਹੈ। ਇਸ ਕਸਾਈ ਦਾ ਵੀ ਕੁਝ ਲੇਖਾ ਚੌਖਾ ਸੀ। ਇਸਨੇ ਇਸ ਦੇ ਮਾਸ ਦੀ ਖੱਟੀ ਵਿੱਚੋਂ ਮੁਕਾਉਣਾ ਹੈ। ਬੱਕਰਾ ਆਪਣੀ ਦੁਕਾਨ ਦੇਖ ਕੇ ਉਛਲ ਪਿਆ ਤੇ ਕਸਾਈ ਦੇ ਹੱਥੋਂ ਛੁੱਟ ਕੇ ਅੰਦਰ ਜਾ ਕੇ ਖਾਣ ਲੱਗਾ ਸੀ, ਕਿਉਂਕਿ ਸਾਰਾ ਹੱਟ ਭਰਿਆ ਛੱਡ ਕੇ ਇਹ ਮਰਿਆ ਸੀ। ਪਰ ਇਹਦੇ ਪੁੱਤਰ ਨੇ ਹੱਟ ਤਾਂ ਸਾਂਭ ਲਿਆ ਹੈ ਤੇ ਪਿਓ ਨੂੰ 4 ਦਾਣੇ ਵੀ ਹੁਣ ਇੱਥੋਂ ਖਾਣੇ ਨਸੀਬ ਨਹੀਂ ਹੋਏ। ਇਹ ਦੇਖ ਕੇ ਹੌਂਕਾ ਭਰਿਆ ਹੈ। ਨਾਰਦ ਮੁਨੀ ਨੇ ਇਹ ਵੀ ਦੱਸਿਆ ਕਿ ਇਸ ਦੇ ਘਰ ਪਹਿਲੇ ਕੋਈ ਸੰਤਾਨ ਨਹੀਂ ਸੀ। ਪੀਰਾਂ ਫਕੀਰਾਂ ਦੀਆਂ ਸੀਸਾਂ ਪਾ ਪਾ ਕੇ ਬੜੇ ਯਤਨਾਂ ਨਾਲ ਬੁੱਢੀ ਉਮਰੇ ਇਸ ਦੇ ਘਰ ਇਹ ਪੁੱਤਰ ਹੋਇਆ ਸੀ, ਜਿਸ ਨੇ ਆਪਣੇ ਪਿਤਾ ਨੂੰ ਅੱਜ ਆਪਣੇ ਹੱਥੀਂ ਕਸਾਈ ਦੇ ਹੱਥ 4 ਦਾਣਿਆਂ ਪਿੱਛੇ ਗਰਦਨ ਮਰੋੜ ਕੇ ਫੜਾਇਆ ਹੈ। ਨਾਰਦ ਜੀ ਨੇ ਆਖਿਆ, ਕਿਸੇ ਇੱਕ ਦਾ ਕੀ ਕਹਿਣਾ ਹੈ? ਸਾਰੇ ਜਗਤ ਦੀ ਇਹੋ ਰੀਤ ਹੈ। ਮਤਲਬ ਦੇ ਸਾਰੇ ਸਾਥੀ ਹਨ ਅਤੇ ਆਪਣੇ ਆਪਣੇ ਸਵਾਰਥ ਸਿੱਧੀ ਲਈ ਇੱਕ ਦੂਜੇ ਨਾਲ ਪਿਆਰ ਹੈ।
ਬਿਨਾਂ ਮਤਲਬ ਦੇ ਕੋਈ ਕਿਸੇ ਦਾ ਨਹੀਂ ਹੈ। ਪ੍ਰਭੂ ਦੀ ਮਾਇਆ ਦਾ ਭੇਦ ਨਹੀਂ ਚੱਲਦਾ, ਕਿਤਨੀ ਬੇਅੰਤ ਹੈ। ਬਾਣੀਆਂ ਨੂੰ ਸਮਝ ਹੁੰਦੀ ਤਾਂ ਸ਼ਾਇਦ ਐਸਾ ਨਾ ਕਰਦਾ, ਪਰ ਪ੍ਰਭੂ ਨੇ ਆਪਣੀ ਮਾਇਆ ਲੋਕਾਂ ਦੀ ਸਮਝ ਤੋਂ ਬਾਹਰ ਵਰਤਾ ਰੱਖੀ ਹੈ। ਬਾਬਾ ਸ਼੍ਰੀ ਚੰਦ ਜੀ ਦੀ ਜ਼ੁਬਾਨੀ ਇਹ ਕਥਾ ਸੁਣ ਕੇ ਸਾਰੀ ਸੰਗਤ ਵੈਰਾਗ ਨਾਲ ਭਰ ਗਈ ਤੇ ਬਾਬਾ ਜੀ ਆਪ ਵੀ ਵੈਰਾਗ ਚਿਤ ਹੋ ਕੇ ਭੋਗ ਪਾ ਕੇ ਘਰ ਨੂੰ ਚਲੇ ਗਏ। ਧਰਮਸ਼ਾਲ ਵਿੱਚ ਆਇਆ ਸਤਸੰਗੀਆਂ ਪਾਸੋਂ ਬਾਬਾ ਸ਼੍ਰੀ ਚੰਦ ਜੀ ਪਹਿਲਾਂ ਸਿਮਰਨ ਕਰਾ ਕੇ ਫਿਰ ਕਥਾ ਦਾ ਪ੍ਰਸੰਗ ਸੁਣਾਇਆ ਕਰਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।